Hello students, how are you? Today we are going to start second lesson, The March King. ऑथर जो है इसके कैथरीन लिटिल बेकलेस। जो मार्च किंग लेसन सेकंड है उसके ऑथर हैं कैथरीन लिटिल बेकलेस। इससे पहले जो वर्क हो गया है वो आप सभी ने अपनी नोटबुक पर करना है। जो हमने वॉइस किए थे वो अपनी नोटबुक पर करने हैं आपने। आज जो नया चैप्टर है सेकंड लेसन है उसे हम आज रीड करेंगे। लेट्स स्टार्ट, लेट्स रीड। जॉन फिलिप सोइसा stood on the corner with his mother. He was watching a military parade pass by. जो जॉन फिलिप सूजा है वो रुकिਆ ਹੋਇਆ ਹੈ, ਖੜਾ ਹੋਇਆ ਹੈ ਆਪਣੀ ਮਦਰ ਦੇ ਨਾਲ ਇੱਕ ਕੋਨੇ ਵਿੱਚ ਔਰ ਉਹ ਵਾਚ ਕਰ ਰਿਹਾ, ਵੇਖ ਰਿਹਾ ਸੀ ਉਹ ਇੱਕ ਮਿਲਟਰੀ ਪਰੇਡ ਨੂੰ ਜੋ ਉੱਥੋਂ ਦੀ ਲੰਘ ਰਹੀ ਸੀ, ਪਾਸ ਬਾਈ। ਦ ਯੂਨਾਈਟਿਡ ਸਟੇਟਸ ਮੈਰੀਨ ਬੈਂਡ ਵਾਸ ਕੁਇਕਲੀ ਕਮਿੰਗ ਕਲੋਜ਼ਰ। ਜੋ ਉਸ ਸਮੇਂ ਦਾ ਮੈਰੀਨ ਬੈਂਡ ਸੀ, ਜੋ ਬਹੁਤ ਫੇਮਸ ਬੈਂਡ ਸੀ ਮੈਰੀਨ ਬੈਂਡ, ਜੋ ਯੂਨਾਈਟਿਡ ਸਟੇਟਸ ਮੈਰੀਨ ਬੈਂਡ ਸੀ, ਉਹ ਜਲਦੀ ਨਾਲ ਨੇੜੇ ਆ ਰਿਹਾ ਸੀ। ਟੂ ਵੇਅਰ ਦੇ ਸਟੂਡ, ਜਿੱਥੇ ਉਹ ਖੜੇ ਸਨ। ਫਿਲਿਪ ਜੰਪਡ ਅਪ ਐਂਡ ਡਾਊਨ, ਫਿਲਿਪ ਉਛਲਿਆ। ਐਂਡ ਕ੍ਰਾਈਡ ਐਕਸਾਈਟਡਲੀ, ਔਰ ਜੋਸ਼ ਨਾਲ ਚੀਕਿਆ। ਟੈਲਿੰਗ ਹਿਜ਼ ਮਾਮਾ ਟੂ ਲੁੱਕ ਦੈਟ ਦੇਅਰ ਵਾਸ ਹਿਜ਼ ਪਾਪਾ, ਔਰ ਜੋਸ਼ ਨਾਲ ਉਹ ਚੀਕਿਆ ਔਰ ਦੱਸਣ ਲੱਗਾ ਆਪਣੀ ਮਦਰ ਨੂੰ ਕਿ ਦੇਖੋ ਉਸ ਮਿਲਟਰੀ ਪਰੇਡ ਦੇ ਵਿੱਚ ਪਾਪਾ ਵੀ ਸਨ। ਮਿਸਟਰ ਸੂਜ਼ਾ ਵਾਜ਼ ਮਾਰਚਿੰਗ ਅਲੋਂਗ ਇਨ ਦੀ ਬਰਾਸ ਸੈਕਸ਼ਨ, ਔਰ ਜੋ ਮਿਸਟਰ ਸੂਜ਼ਾ ਸੀ, ਜੋ ਫਿਲਿਪ ਦਾ ਪਿਤਾ ਸੀ, ਉਹ ਵੀ ਬਰਾਸ ਸੈਕਸ਼ਨ ਦੇ ਨਾਲ ਮਾਰਚ ਕਰ ਰਿਹਾ ਸੀ, ਵਾਕ ਕਰ ਰਿਹਾ ਸੀ। ਹੀ ਵਿੰਕਡ ਐਟ ਹਿਜ਼ ਸਨ, ਉਸਨੇ ਆਪਣੇ ਲੜਕੇ ਵੱਲ ਅੱਖ ਨੂੰ ਚਮਕਿਆ। ਵਿੰਕ, ਅੱਖ ਨੂੰ ਚਮਕਣਾ। ਉਸਨੇ ਆਪਣੇ ਲੜਕੇ ਵੱਲ ਅੱਖ ਨੂੰ ਚਮਕਿਆ। ਫਿਲਿਪ ਆਲਸੋ ਗਿਵ ਅ ਬਰੋਡ ਲਾਫ, ਔਰ ਫਿਲਿਪ ਦੇ ਚਿਹਰੇ ਉੱਪਰ ਮੁਸਕਾਨ ਆ ਗਈ ਔਰ ਫਿਲਿਪ ਜੋ ਸੀ ਉਹ ਹੱਸਣ ਲੱਗ ਪਿਆ। ਫਿਲਿਪ ਲਵਡ ਬੈਂਡਸ, ਜੋ ਫਿਲਿਪ ਸੀ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਬੈਂਡਸ ਨੂੰ। ਔਰ ਅਮਰੀਕਾਸ ਕੈਪੀਟਲ ਵਾਸ਼ਿੰਗਟਨ ਡਿਸਟ੍ਰਿਕਟ ਕੈਪੀਟਲ, ਜੋ ਅਮਰੀਕਾ ਦੀ ਜੋ ਕੈਪੀਟਲ ਸੀ ਵਾਸ਼ਿੰਗਟਨ, ਉਹ ਇੱਕ ਫਾਈਨ ਪਲੇਸ ਸੀ, ਇੱਕ ਵਧੀਆ ਜਗ੍ਹਾ ਸੀ। ਡਿਊਰਿੰਗ ਦਾ ਅਰਲੀ 1860, ਉਸ ਸਮੇਂ ਦੇ ਦੌਰਾਨ। ਕਿਹੜੇ ਸਮੇਂ ਦੇ ਦੌਰਾਨ? 1860 ਦੇ ਟਾਈਮ। ਵਾਸ਼ਿੰਗਟਨ ਵਾਜ਼ ਫੁੱਲ ਆਫ ਬੈਂਡਸ, ਔਰ ਵਾਸ਼ਿੰਗਟਨ ਬੈਂਡਸ ਨਾਲ ਭਰਿਆ ਹੁੰਦਾ ਸੀ। ਐਂਡ ਫਿਲਿਪ ਲਵਡ ਦੈਮ, ਔਰ ਫਿਲਿਪ ਉਹਨਾਂ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਸੀ। ਹੀ ਵਾਚਡ ਦਾ ਮੈਰੀਨ ਬੈਂਡ ਇਨ ਆਲ ਇਟਸ ਗਲੋਰੀ, ਔਰ ਉਸਨੇ ਵੇਖਿਆ ਸੀ ਮੈਰੀਨ ਬੈਂਡ ਨੂੰ ਆਪਣੀ ਪੂਰੀ ਸ਼ਾਨ ਦੇ ਵਿੱਚ, ਔਰ ਉਸਨੇ ਮੈਰੀਨ ਬੈਂਡ ਨੂੰ ਉਸ ਦੀ ਪੂਰੀ ਸ਼ਾਨ ਦੇ ਵਿੱਚ, ਗਲੋਰੀ ਦੇ ਵਿੱਚ ਵੇਖਿਆ ਸੀ। ਔਰ ਹੀ ਵਾਂਟ ਟੂ ਬਿਕਮ ਅ ਮਿਊਜ਼ੀਸ਼ੀਅਨ, ਔਰ ਉਸਨੇ ਕਸਮ ਖਾਧੀ ਸੀ ਔਰ ਉਸਨੇ ਕਸਮ ਖਾਧੀ ਸੀ ਕਿ ਉਹ ਵੀ ਇੱਕ ਸੰਗੀਤਕਾਰ ਬਣੇਗਾ। ਸੂਨ 7 year old ਫਿਲਿਪ ਸਟਾਰਟਡ ਟੂ ਅਟੈਂਡ ਅ ਸਕੂਲ ਆਫ ਮਿਊਜ਼ਿਕ ਇਨ ਹਿਜ਼ ਨੇਬਰਹੁੱਡ, ਔਰ ਜਲਦੀ ਹੀ 7 ਸਾਲ ਦੇ ਲੜਕੇ ਨੇ, ਜਿਸ ਦਾ ਨਾਮ ਕੀ ਸੀ ਫਿਲਿਪ, ਉਸਨੇ ਨਾਲ ਜੋ ਮਿਊਜ਼ਿਕ ਸਕੂਲ ਹੁੰਦਾ ਸੀ ਉਸਨੂੰ ਅਟੈਂਡ ਕਰਨਾ ਸ਼ੁਰੂ ਕੀਤਾ, ਜਿੱਥੇ ਮਿਊਜ਼ਿਕ ਸਿਖਾਇਆ ਜਾਂਦਾ ਸੀ, ਉਸ ਨੂੰ ਅਟੈਂਡ ਕਰਨਾ ਸ਼ੁਰੂ ਕੀਤਾ। ਹੀ ਲਾਈਕਡ ਆਲ ਹਿਜ਼ ਸਟੱਡੀਜ਼, ਉਹ ਆਪਣੀ ਸਟੱਡੀ ਵੀ ਪਸੰਦ ਕਰਦਾ ਸੀ, ਉਸ ਨੂੰ ਪੜ੍ਹਨਾ ਵੀ ਪਸੰਦ ਸੀ। ਬਟ ਪਾਰਟੀਕੂਲਰਲੀ ਇੰਜੋਇਡ, ਲੇਕਿਨ ਖਾਸ ਤੌਰ 'ਤੇ ਉਹ ਇੰਜੋਏ ਕਰਦਾ ਸੀ, ਆਨੰਦ ਲੈਂਦਾ ਸੀ ਕੀ ਸਿੱਖਣ ਦੇ ਵਿੱਚ? ਲਰਨਿੰਗ ਟੂ ਪਲੇ ਦੀ ਵਾਇਲਨ, ਵਾਇਲਨ ਨੂੰ ਸਿੱਖਣ ਦੇ ਵਿੱਚ, ਵਾਇਲਨ ਨੂੰ ਪਲੇ ਕਰਨ ਦੇ ਵਿੱਚ ਉਹ ਇੰਜੋਏ ਲੈਂਦਾ ਸੀ ਖਾਸ ਤੌਰ 'ਤੇ। ਸੂਨ ਹੀ ਐਕਸੈਲਡ ਪਲੇਇੰਗ ਆਫ ਦੀ ਵਾਇਲਨ, ਜਲਦੀ ਹੀ ਉਹ ਐਕਸੈਲਡ ਹੋ ਗਿਆ, ਉਹ ਬਹੁਤ ਵਧੀਆ ਹੋ ਗਿਆ ਕਿਸ ਦੇ ਵਿੱਚ? ਵਾਇਲਨ ਨੂੰ ਪਲੇ ਕਰਨ ਦੇ ਵਿੱਚ। ਬਟ ਹੀ ਲਵ ਟੂ ਪਲੇ ਬੇਸਬਾਲ ਟੂ, ਲੇਕਿਨ ਉਹ ਬੇਸਬਾਲ ਖੇਡਣਾ ਵੀ ਪਸੰਦ ਕਰਦਾ ਸੀ। ਹੀ ਗੋਟ ਇਨ ਟੂ ਟਰਬਲ, ਉਹ ਗੁੰਝਲ ਵਿੱਚ ਫਸ ਗਿਆ, ਮੁਸੀਬਤ ਵਿੱਚ ਫਸ ਗਿਆ, ਮੁਸ਼ਕਿਲ ਵਿੱਚ ਫਸ ਗਿਆ। ਵੈਨ ਹੀ ਵਾਜ਼ 11 years old, ਜਦੋਂ 11 ਸਾਲ ਦਾ ਸੀ। ਕਿਸ ਦੇ ਕਾਰਨ? ਬਿਕੋਜ਼ ਆਫ ਬੇਸਬਾਲ, ਬੇਸਬਾਲ ਦੇ ਕਾਰਨ। ਐਵਰੀ ਈਅਰ ਐਨ ਈਵਨਿੰਗ ਕਨਸਰਟ ਵਾਜ਼ ਗਿਵਨ ਬਾਈ ਦੀ ਮਿਊਜ਼ਿਕ ਸਕੂਲ,
ਔਰ ਹਰ ਸਾਲ ਮਿਊਜ਼ਿਕ ਸਕੂਲ ਦੇ ਦੁਆਰਾ ਜੋ ਈਵਨਿੰਗ ਕਨਸਰਟ ਸੀ, ਜੋ ਸ਼ਾਮ ਦਾ ਜੋ ਸੰਗੀਤ ਸੰਮੇਲਨ ਸੀ, ਉਸ ਨੂੰ ਆਯੋਜਿਤ ਕੀਤਾ ਜਾਂਦਾ ਸੀ ਮਿਊਜ਼ਿਕ ਸਕੂਲ ਦੇ ਦੁਆਰਾ। ਜੋ ਈਵਨਿੰਗ ਕਨਸਰਟ ਸੀ ਉਸ ਨੂੰ ਆਯੋਜਿਤ ਕੀਤਾ ਜਾਂਦਾ ਸੀ। ਦਿਸ ਈਅਰ ਫਿਲਿਪ ਹੈਡ ਬੀਨ ਚੂਜ਼ਨ ਟੂ ਪਲੇ ਅ ਵਾਇਲਨ ਸੋਲੋ, ਔਰ ਇਸ ਸਾਲ ਵੀ ਫਿਲਿਪ ਨੂੰ ਚੁਣਿਆ ਗਿਆ ਵਾਇਲਨ ਨੂੰ ਪਲੇ ਕਰਨ ਦੇ ਲਈ। ਉਹ ਵੀ ਉਸ ਨੂੰ ਸੋਲੋ ਚੁਣਿਆ ਗਿਆ, ਇਕੱਲੇ ਨੂੰ ਚੁਣਿਆ ਗਿਆ। ਫॉर several months he had been earning money, ਔਰ ਕਈ ਮਹੀਨਿਆਂ ਤੋਂ ਪੈਸੇ ਵੀ ਕਮਾ ਰਿਹਾ ਸੀ। ਬਾਈ ਡਾਇਰੈਕਟਿੰਗ ਅ ਸਮਾਲ ਬੈਂਡ, ਇੱਕ ਛੋਟੇ ਜਿਹੇ ਬੈਂਡ ਨੂੰ ਡਾਇਰੈਕਟ ਕਰਕੇ ਉਹ ਕੁਝ ਪੈਸੇ ਵੀ ਕਮਾ ਰਿਹਾ ਸੀ। ਦ ਥਾਟ ਆਫ ਪਲੇਇੰਗ ਇਨ ਦ ਕਨਸਰਟ ਡਿਡ ਨਾਟ ਮੇਕ ਹਿਮ ਫੀਲ ਨਰਵਸ, ਔਰ ਕਨਸਰਟ ਦੇ ਵਿੱਚ, ਉਸ ਸੰਗੀਤ ਸੰਮੇਲਨ ਦੇ ਵਿੱਚ ਜੋ ਵਾਇਲਨ ਨੂੰ ਵਜਾਉਣ ਦਾ ਵਿਚਾਰ ਸੀ, ਉਸਨੇ ਉਸ ਨੂੰ ਜਰਾ ਜਿੰਨਾ ਵੀ ਪਰੇਸ਼ਾਨ ਨਹੀਂ ਕੀਤਾ, ਜਰਾ ਜਿੰਨਾ ਵੀ ਨਰਵਸ ਨਹੀਂ ਕੀਤਾ, ਬੇਚੈਨ ਨਹੀਂ ਕੀਤਾ। ਔਨ ਦੀ ਡੇ ਆਫ ਦੀ ਕਨਸਰਟ ਹੀ ਪਲੇਡ ਅ ਗੇਮ ਆਫ ਬੇਸਬਾਲ, ਕਨਸਰਟ ਵਾਲੇ ਦਿਨ ਉਸਨੇ ਬੇਸਬਾਲ ਵੀ ਖੇਡੀ। ਹੀ ਵਾਜ਼ ਡੈਡ ਟਾਇਰਡ, ਉਹ ਬਹੁਤ ਥੱਕ ਗਿਆ ਸੀ। ਵੈਨ ਹੀ ਕੇਮ ਹੋਮ ਇਨ ਦੀ ਈਵਨਿੰਗ, ਜਦੋਂ ਉਹ ਘਰ ਸ਼ਾਮ ਨੂੰ ਵਾਪਸ ਆਇਆ ਤਾਂ ਉਹ ਬਹੁਤ ਥੱਕ ਗਿਆ ਸੀ। ਹਿਜ਼ ਫੋਰਹੈਡ ਵਾਜ਼ ਕਵਰਡ ਵਿਦ ਡਸਟ, ਉਸ ਦਾ ਜਿਹੜਾ ਮੱਥਾ ਸੀ ਉਹ ਧੂੜ ਦੇ ਨਾਲ ਭਰਿਆ ਹੋਇਆ ਸੀ। ਔਰ ਹਿਜ਼ ਕਲੋਥਸ ਵਰ ਡਸਟੀ, ਔਰ ਉਸ ਦੇ ਕੱਪੜੇ ਮੈਲੇ ਸਨ। ਹੀ ਵਾਜ਼ ਫੀਲਿੰਗ ਵੈਰੀ ਹੰਗਰੀ, ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਹੀ ਫੈਲਟ ਪਜ਼ਲਡ ਬਾਈ ਦੀ ਸਾਇਲੈਂਸ ਆਫ ਦੀ ਹਾਊਸ, ਔਰ ਉਹ ਘਰ ਦੇ ਵਿੱਚ ਚੁੱਪ ਦੇਖ ਕੇ, ਘਰ ਦੇ ਵਿੱਚ ਇੰਨੀ ਖਾਮੋਸ਼ੀ ਦੇਖ ਕੇ ਉਹ ਥੋੜ੍ਹਾ ਪਰੇਸ਼ਾਨ ਹੋਇਆ, ਪਜ਼ਲ ਹੋਇਆ। ਹੀ ਰੇਨ ਇਨ ਟੂ ਦੀ ਕਿਚਨ, ਫਿਰ ਉਹ ਕਿਚਨ ਵੱਲ ਦੌੜਿਆ। ਹੀ ਫਾਊਂਡ ਸਮ ਸੈਂਡਵਿਚਸ, ਫਿਰ ਉਸ ਨੂੰ ਕੁਝ ਸੈਂਡਵਿਚ ਮਿਲੇ ਔਰ ਇੱਕ ਨੋਟ ਮਿਲਿਆ, ਕੁਝ ਲਿਖਿਆ ਹੋਇਆ ਮਿਲਿਆ, ਜੋ ਕੌਣ ਛੱਡ ਗਿਆ ਸੀ? ਲੈਫਟ ਬਾਈ ਹਿਜ਼ ਮਦਰ, ਜੋ ਉਸ ਦੀ ਮਦਰ ਛੱਡ ਗਈ ਸੀ। ਹੂ ਹੈਡ ਗੋਨ ਟੂ ਦੀ ਕਾਲ ਆਫ ਸਮ ਸਿਕ ਫਰੈਂਡ, ਔਰ ਉਸ ਦੀ ਮਦਰ ਕਿੱਥੇ ਗਈ ਸੀ? ਕਿਸੇ ਬਿਮਾਰ ਫਰੈਂਡ ਦਾ ਪਤਾ ਲੈਣ ਦੇ ਲਈ ਉਸ ਦੇ ਘਰ ਗਈ ਹੋਈ ਸੀ। ਔਰ ਸ਼ੀ ਵਾਜ਼ ਟੂ ਰਿਟਰਨ ਲੇਟ ਇਨ ਦੀ ਈਵਨਿੰਗ, ਔਰ ਉਸਨੇ ਦੇਰ ਸ਼ਾਮ ਨੂੰ ਵਾਪਸ ਆਉਣਾ ਸੀ। ਫਿਲਿਪ ਹੈਡ ਟੂ ਗੈਟ ਟੂ ਦੀ ਕਨਸਰਟ ਔਨ ਟਾਈਮ, ਔਰ ਫਿਲਿਪ ਨੇ ਜਾਣਾ ਸੀ, ਪਹੁੰਚਣਾ ਸੀ ਸਮੇਂ ਸਿਰ। ਕਿਸ ਤੇ ਪਹੁੰਚਣਾ ਸੀ? ਸਮੇਂ ਸਿਰ ਕਨਸਰਟ ਉੱਪਰ ਪਹੁੰਚਣਾ ਸੀ, ਸੰਗੀਤ ਸੰਮੇਲਨ ਵਿੱਚ ਪਹੁੰਚਣਾ ਸੀ। ਹੀ ਡਿਡ ਨਾਟ ਹੈਵ ਅ ਕਲੀਨ ਵਾਈਟ ਸ਼ਰਟ, ਲੇਕਿਨ ਕਾਰਨ ਕੀ ਸੀ? ਉਸ ਕੋਲ ਕੋਈ ਕਲੀਨ ਵਾਈਟ ਸ਼ਰਟ ਨਹੀਂ ਸੀ। ਹੀ ਏਟ ਅ ਸੈਂਡਵਿਚ, ਫਿਰ ਉਸਨੇ ਇੱਕ ਸੈਂਡਵਿਚ ਖਾਧਾ। ਹੀ ਰਿਅਲਾਈਜ਼ਡ, ਫਿਰ ਉਸਨੇ ਮਹਿਸੂਸ ਕੀਤਾ, ਹੀ ਸ਼ੁੱਡ ਟੈਲ ਹਿਜ਼ ਮਿਊਜ਼ਿਕ ਟੀਚਰ, ਕਿ ਉਸ ਨੂੰ ਜਾ ਕੇ ਦੱਸਣਾ ਚਾਹੀਦਾ ਹੈ ਆਪਣੇ ਮਿਊਜ਼ਿਕ ਟੀਚਰ ਨੂੰ, ਜਿਸ ਦਾ ਨਾਮ ਕੀ ਸੀ? ਐਸਪੂਤਾ। ਹੀ ਰੇਨ ਟੂ ਦੀ ਸਕੂਲ, ਉਹ ਸਕੂਲ ਵੱਲ ਦੌੜਿਆ। ਐਂਡ ਟੋਲਡ ਪ੍ਰੋਫੈਸਰ ਐਸਪੂਤਾ, ਔਰ ਜਾ ਕੇ ਉਸਨੇ ਉਸ ਪ੍ਰੋਫੈਸਰ ਜਿਸ ਦਾ ਨਾਮ ਐਸਪੂਤਾ ਸੀ, ਉਸ ਨੂੰ ਜਾ ਕੇ ਦੱਸਿਆ, ਸਾਰੀ ਕਹਾਣੀ ਦੱਸੀ। ਹੀ ਸਟੋਰੀ ਅਬਾਊਟ ਦੀ ਸ਼ਰਟ, ਆਪਣੀ ਸ਼ਰਟ ਬਾਰੇ ਸਾਰੀ ਕਹਾਣੀ ਉਸਨੇ ਦੱਸੀ। ਹੀ ਟੋਲਡ ਫਿਲਿਪ ਟੂ ਗੈਟ ਅ ਕਲੀਨ ਸ਼ਰਟ ਫਰੋਮ ਹਿਜ਼ ਵਾਈਫ, ਔਰ ਉਸ ਟੀਚਰ ਨੇ ਕੀ ਕਿਹਾ? ਉਸ ਪ੍ਰੋਫੈਸਰ ਨੇ ਕੀ ਕਿਹਾ? ਫਿਲਿਪ ਨੂੰ ਕਿਹਾ ਕਿ ਉਸ ਦੀ ਵਾਈਫ ਕੋਲ ਜਾ ਕੇ ਜੋ ਕਲੀਨ ਸ਼ਰਟ ਆ ਉਹ ਹਾਸਿਲ ਕਰ ਸਕਦਾ ਸੀ। ਮਿਸਿਸ ਐਸਪੂਤਾ ਗੇਵ ਅ ਸ਼ਰਟ ਟੂ ਫਿਲਿਪ, ਔਰ ਫਿਰ ਮਿਸਿਸ ਐਸਪੂਤਾ ਨੇ ਉਹ ਜੋ ਸ਼ਰਟ ਸੀ ਫਿਲਿਪ ਨੂੰ ਦਿੱਤੀ। ਵੈਨ ਫਿਲਿਪ ਪੁੱਟ ਇਟ ਔਨ, ਜਦ ਫਿਲਿਪ ਨੇ ਇਸ ਨੂੰ ਪਹਿਨਿਆ, ਹੀ ਵਾਜ਼ ਆਲਮੋਸਟ ਲੋਸਟ ਇਨ ਇਟ, ਜਦੋਂ ਉਸਨੇ ਇਸ ਨੂੰ ਪਹਿਨਿਆ ਤਾਂ ਉਹ ਇਸ ਵਿੱਚ ਖੋ ਗਿਆ ਸੀ, ਲੋਸਟ ਹੋ ਗਿਆ ਸੀ, ਕਿਉਂਕਿ ਇਟ ਵਾਜ਼ ਵੈਰੀ ਲਾਰਜ ਫੋਰ ਹਿਜ਼ ਸਾਈਜ਼, ਕਿਉਂਕਿ ਸਾਈਜ਼ ਤੋਂ ਬਹੁਤ ਜ਼ਿਆਦਾ ਵੱਡੀ ਸੀ, ਉਸ ਦੇ ਸਾਈਜ਼ ਦੇ ਅਕੋਰਡਿੰਗ ਨਹੀਂ ਸੀ, ਥੋੜ੍ਹੀ ਵੱਡੀ ਸੀ। ਮਿਸਿਸ ਐਸਪੂਤਾ ਪਿਨਟ ਥਰੂ ਇਨਫ ਪੀਨਸ ਇਨ ਦੀ ਸ਼ਰਟ ਟੂ ਮੇਕ ਇਟ ਫਿਟ ਫॉर ਫਿਲਿਪ, ਔਰ ਮਿਸਿਸ ਐਸਪੂਤਾ ਨੇ ਕਾਫੀ ਜ਼ਿਆਦਾ ਸ਼ਰਟ ਦੇ ਵਿੱਚ ਪਿਨ ਲਗਾਏ ਕਾਸ ਦੇ ਲਈ, ਤਾਂ ਕਿ ਉਹ ਫਿਲਿਪ ਨੂੰ ਪੂਰੀ ਆ ਸਕੇ, ਫਿਲਿਪ ਨੂੰ ਫਿੱਟ ਹੋ ਸਕੇ। ਫਿਲਿਪ ਹਰਿਡ ਬੈਕ ਟੂ ਦੀ ਸਕੂਲ, ਫਿਲਿਪ ਜਲਦੀ ਨਾਲ ਸਕੂਲ ਵਾਪਸ ਆਇਆ। ਦ ਕਨਸਰਟ ਬਿਗੇਨ, ਔਰ ਜੋ ਕਨਸਰਟ ਸੀ, ਜੋ ਸੰਗੀਤ ਸੰਮੇਲਨ ਸੀ, ਉਹ ਸ਼ੁਰੂ ਹੋਇਆ। ਇਟ ਵਾਜ਼ ਟਾਈਮ ਫॉर ਫਿਲਿਪ ਆਲਸੋ,
ਹੁਣ ਹੁਣ ਸਮਾਂ ਸੀ ਫਲਿੱਪ ਦੇ ਲਈ, ਫਲਿੱਪ ਦੀ ਵਾਰੀ ਸੀ। ਹੀ ਸਟੂਡ ਅਪ, ਉਹ ਖੜਾ ਹੋ ਗਿਆ। ਪਲੇਸ ਦੀ ਵਾਇਲਨ ਅੰਡਰ ਹਿਸ ਚਿਨ, ਔਰ ਆਪਣੀ ਚਿੰਨ ਦੇ ਹੇਠ, ਆਪਣੀ ਠੋਡੀ ਦੇ ਹੇਠ ਉਸ ਵਾਇਲਨ ਨੂੰ ਰੱਖਿਆ। ਇਹ ਮਿਊਜ਼ੀਕਲ ਇੰਸਟਰੂਮੈਂਟ ਹੈ ਵਾਇਲਨ, ਸਰੰਗੀ। ਐਂਡ ਰੇਜ਼ਡ ਹਿਸ ਬੋ, ਔਰ ਆਪਣੀ ਬੋ ਨੂੰ ਉੱਪਰ ਚੁੱਕਿਆ ਉਸ ਨੂੰ ਵਜਾਉਣ ਦੇ ਲਈ। ਜੋ ਉਸ ਦੀ ਬੋ ਸੀ, ਜੋ ਕਮਾਨ ਸੀ, ਉਸ ਨੂੰ ਉੱਪਰ ਚੁੱਕਿਆ। ਹੀ ਵਾਜ਼ ਸ਼ੌਕਡ ਟੂ ਨੋਟ, ਉਸ ਨੂੰ ਝਟਕਾ ਲੱਗਿਆ ਇਹ ਨੋਟ ਕਰਕੇ, ਵੇਖ ਕੇ, ਕਿ ਆ ਪਿਨ ਵਾਜ਼ ਪੁਲਿੰਗ ਲੂਜ਼ ਇਨ ਦੀ ਬੈਕ ਆਫ ਹਿਸ ਸ਼ਰਟ, ਕਿ ਜੋ ਇੱਕ ਪਿਨ ਸੀ ਉਹ ਸ਼ਰਟ ਦੀ ਬੈਕ ਸਾਈਡ ਤੋਂ ਨਿਕਲ ਗਈ ਸੀ। ਹੀ ਡਿਡ ਨਾਟ ਕੇਅਰ ਫॉर ਦੀ ਫਾਲਿੰਗ ਆਫ ਵਨ ਪਿਨ, ਔਰ ਉਸਨੇ ਕੋਈ ਪਰਵਾਹ ਨਹੀਂ ਕੀਤੀ ਇੱਕ ਪਿਨ ਦੇ ਡਿੱਗਣ ਤੇ। ਉਸਨੇ ਕੋਈ ਚਿੰਤਾ ਨਹੀਂ ਕੀਤੀ, ਕੋਈ ਪਰਵਾਹ ਨਹੀਂ ਕੀਤੀ। ਹੀ ਸਟਾਰਟਡ ਟੂ ਪਲੇ, ਉਸਨੇ ਉਸ ਨੂੰ ਵਜਾਉਣਾ ਸ਼ੁਰੂ ਕੀਤਾ, ਵਾਇਲਨ ਨੂੰ ਵਜਾਉਣਾ ਸ਼ੁਰੂ ਕੀਤਾ। ਐਟ ਫਸਟ ਹਿਜ਼ ਰਾਈਟ ਆਰਮ ਮੂਵਲ, ਪਹਿਲਾਂ ਉਸ ਦੀ ਸੱਜੀ ਬਾਂਹ ਅੱਗੇ ਗਈ। ਸੂਨ ਦੀ ਪਿਨਸ ਦੈਟ ਵਰ ਹੋਲਡਿੰਗ ਹਿਜ਼ ਕਾਲਰ, ਜਲਦੀ ਹੀ ਉਹ ਪਿਨਸ ਜੋ ਉਸ ਦੀਆਂ ਕਾਲਰਸ ਨੂੰ, ਜੋ ਉਸ ਦੀ ਕਾਲਰ ਨੂੰ ਪਕੜਿਆ ਹੋਇਆ ਸੀ, ਹੋਲਡਿੰਗ ਕੀਤਾ ਹੋਇਆ ਸੀ ਉਹਨਾਂ ਪਿਨਸ ਨੇ, ਉਹ ਡਿੱਗ ਪਈਆਂ, ਪੁਲਡ ਆਊਟ। ਦੈਨ ਦੀ ਸਲੀਵਸ ਗਰੂ ਲੂਜ਼, ਫਿਰ ਉਹ ਬਾਹਾਂ ਜੋ ਸਨ ਉਹ ਢਿੱਲੀਆਂ ਹੋ ਗਈਆਂ ਔਰ ਲੌਂਗਰ, ਲੰਬੀਆਂ ਹੋ ਗਈਆਂ। ਸਡਨਲੀ ਦੀ ਸ਼ਰਟ ਫੈਲ ਅਵੇ ਫਰੋਮ ਹਿਜ਼ ਨੈਕ, ਜਲਦੀ ਜੋ ਸ਼ਰਟ ਸੀ ਉਸ ਦੀ ਨੈਕ ਤੇ ਡਿੱਗ ਪਈ, ਉਸ ਦੀ ਨੈਕ ਤੱਕ, ਉਸ ਦੀ ਗਰਦਨ ਤੱਕ ਆ ਗਈ। ਦ ਆਡੀਅੰਸ ਬਿਗੇਨ ਟੂ ਲਾਫ, ਔਰ ਦਰਸ਼ਕਾਂ ਨੇ ਹੱਸਣਾ ਸ਼ੁਰੂ ਕੀਤਾ। ਫਿਲਿਪ ਫੋਰਗੋਟ, ਫਿਲਿਪ ਭੁੱਲ ਗਿਆ ਵਾਟ ਹੀ ਵਾਜ਼ ਪਲੇਇੰਗ, ਕਿ ਉਹ ਕੀ ਵਜਾ ਰਿਹਾ ਸੀ। ਐਂਡ ਸਟਾਪਡ ਕੰਪਲੀਟਲੀ, ਔਰ ਉਸਨੇ ਇੱਕਦਮ, ਉਸਨੇ ਪੂਰੀ ਤਰ੍ਹਾਂ ਉਹ ਜੋ ਸਰੰਗੀ ਸੀ, ਜੋ ਵਾਇਲਨ ਸੀ, ਉਸ ਨੂੰ ਵਜਾਉਣਾ ਬੰਦ ਕੀਤਾ। ਦ ਡਿਜੈਸਟਰ ਅਪਸੈਟ ਹਿਮ, ਉਸ ਡਿਜੈਸਟਰ ਨੇ, ਉਸ ਘਟਨਾ ਨੇ ਉਸ ਨੂੰ ਨਿਰਾਸ਼ ਕਰ ਦਿੱਤਾ। ਹੀ ਰਸ਼ਡ ਆਫ ਦੀ ਸਟੇਜ, ਉਹ ਸਟੇਜ ਤੋਂ ਦੌੜ ਗਿਆ ਔਰ ਕਿੱਥੇ ਜਾ ਕੇ ਬੈਠ ਗਿਆ, ਇੱਕ ਕਾਰਨਰ ਵਿੱਚ ਜਾ ਕੇ ਬੈਠ ਗਿਆ। ਹੀ ਵਿਸ਼ਡ ਦੈਟ ਹੀ ਵਰ ਡੈਡ, ਔਰ ਉਸਨੇ ਇੱਛਾ ਕੀਤੀ, ਕਿਉਂਕਿ ਉਸਨੇ ਆਪਣੀ ਇਨਸਲਟ ਫੀਲ ਕੀਤੀ, ਔਰ ਉਸਨੇ ਕੀ ਇੱਛਾ ਕੀਤੀ, ਕਾਸ਼ ਉਹ ਮਰ ਗਿਆ ਹੁੰਦਾ। ਥੈਂਕਸ।